सत श्री अकाल दोस्तों, मैं हाँ सिमरन तो इस वक्त तुसी देख रहे हो वॉइस ऑफ पंजाब जो कि असी इस वक्त खड़े हाँ किसान भवन के बाहर, जिथे कि तुहानू पता ही है अज साडे किसान जथेबंदियां जड़ियां ने वो कट्ठियां होईयां ने अगे की जो उन्हां दी राजनीति है वो डिसाइड करन लई अगे उन्हां दे की स्टैप्स होणगे। आओ असी उन्हां नाल गलबात करते हैं। जिन्ना चिर किसानों की मंग नहीं मनी जाती है, तीनों ऑर्डीनेंस वापस नहीं होंगे, उन्ना चिर साडा अंदोलन जारी है। कल मुख्यमंत्री साहब ने एक इशारा किया कि जे लोड़ पिया मैं अस्तीफा दे सकता, अपनी सरकार भी भंग करा सकते हैं। ਕੀ ਤੁਹਾਨੂੰ ਲੱਗਦਾ ਕਿ ਨਰਿੰਦਰ ਮੋਦੀ ਸਰਕਾਰ ਪੰਜਾਬ ਦੇ ਨਾ ਮਤਿਆਂ ਤੇ ਗੌਰ ਕਰ ਲੇਗੀ ਜਾਂ ਅਸਤੀਫੇ ਦੇਣੇ ਚਾਹੀਦੇ ਨੇ ਪੰਜਾਬ ਦੀਆਂ ਸਰਕਾਰਾਂ? ਉਹਨਾਂ ਤੇ ਅਸੀਂ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦੇ। ਅਸੀਂ ਤਾਂ ਕਿਸਾਨਾਂ ਦੇ ਅੰਦੋਲਨ ਤੇ ਸਾਡੀ ਟੇਕ ਹੈ, ਅਸੀਂ ਤਾਂ ਜੋ ਕਿਸਾਨ ਅੰਦੋਲਨ ਕਰਨਾ ਉਹਦੇ ਚ ਕੁਛ ਹੱਦ ਤੱਕ ਪ੍ਰਾਪਤੀ ਹੈਗੀ, ਜਿੰਨੀ ਅਸੀਂ ਇੱਛਾ ਕਰਦੇ ਸੀ ਉਨੀ ਤਾਂ ਨਹੀਂ ਹੈਗੀ। ਚਲੋ ਪੰਜਾਬ ਸਰਕਾਰ ਕੋਈ ਨਵਾਂ ਬਿਲਕੁਲ ਨਵਾਂ ਕਦਮ ਵੀ ਲਿਆ ਸਕਦੀ ਸੀ। ਇਹ ਪੰਜਾਬ ਵਿਧਾਨ ਸਭਾ ਦਾ ਇਜਲਾਸ ਹੋਇਆ, ਕਿਸਾਨਾਂ ਦੀ ਪ੍ਰਾਪਤੀ ਹੈ। ਸਰ ਇਹ ਇਜਲਾਸ ਪਹਿਲਾਂ ਵੀ ਹੋਇਆ ਸੀ, ਪਹਿਲਾਂ ਵੀ ਮਤਾ ਪਾਇਆ ਗਿਆ, ਪਹਿਲਾਂ ਵੀ ਉਹ ਸਪੀਕਰ ਕੋਲ ਗਿਆ, ਹੁਣ ਫਰਕ ਕੀਤਾ ਸਪੀਕਰ ਤੋਂ ਉੱਠ ਕੇ ਉਹ ਗਵਰਨਰ ਕੋਲ ਪਹੁੰਚਿਆ। ਪਹਿਲਾਂ ਵੀ ਮਤੇ ਪਏ, ਪਹਿਲਾਂ ਮੁੱਦਾ ਨਹੀਂ ਸੀ ਪਾਇਆ ਰੱਦ ਕਰਨ ਦਾ, ਪਹਿਲਾਂ ਸਿਰਫ ਵਿਧਾਨ ਸਭਾ ਨੇ ਰਿਕੁਐਸਟ ਕੀਤੀ ਸੀ ਨਾ ਬਿੱਲਾਂ ਬਾਰੇ। ਰਾਨੀ ਸਾਹਿਬ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਮੀਟਿੰਗ ਹੋਈ, ਤੁਹਾਡੇ ਨਾਲ ਕੀ ਗੱਲਬਾਤ ਹੋਈ? ਉਹ ਮੰਤਰੀਆਂ ਦੀ ਤਾਂ ਮੀਟਿੰਗ ਪਹਿਲਾਂ ਵੀ ਦੋ ਤਿੰਨ ਵਾਰੀ ਸਾਡੇ ਨਾਲ ਹੋ ਚੁੱਕੀ ਹੈ, ਉਹ ਇਹ ਡਿਸਕਸ਼ਨ ਕਰਦੇ ਸੀ। लेकिन मंत्री बोल रहे हैं कि ਅਸੀਂ ਸਾਰੀ ਗੱਲ ਕਰਕੇ ਬਾਹਰ ਨਿਕਲੇ ਹਾਂ ਤੇ ਕਿਸਾਨਾਂ ਦੀ ਜੋ ਅਸੀਂ ਕਿਹਾ ਉਹਨਾਂ ਦਾ ਅਸੀਂ ਦੱਸ ਰਹੇ ਹਾਂ, ਅਸੀਂ ਉਹ ਦੱਸ ਰਹੇ ਹਾਂ, ਅਸੀਂ ਪੰਜਾਬ ਸਰਕਾਰ ਦਾ ਕਿ ਸਾਡਾ ਆਪਣਾ ਜਥੇਬੰਦੀਆਂ ਦਾ ਫੈਸਲਾ ਨੂੰ ਐਲਾਨ ਕਰਦੇ। ਪੋਲੀਟੀਕਲ ਪਾਰਟੀ ਆ, ਅਸੀਂ ਤਾਂ ਕਿਸਾਨਾਂ ਦੀ ਨੁਮਾਇੰਦਗੀ ਕਰਦੇ, ਇਸ ਦਾ ਕਿਸਾਨਾਂ ਦੇ ਅੱਗੇ ਸਾਡਾ ਫੈਸਲਾ ਹੁਣ ਉਹ ਸਾਰੀਆਂ ਜਥੇਬੰਦੀਆਂ ਦਾ ਸਾਂਝਾ ਸਰ ਇੱਕ ਪ੍ਰਾਪਤੀ ਦਾ ਦੱਸ ਦਿਓ ਕਿ ਜਿਹੜਾ ਕਾਨੂੰਨੀ ਬਿੱਲ ਪਾਸ ਕੀਤੇ ਆ ਇੱਕ ਪ੍ਰਾਪਤੀ ਦਾ ਦੱਸੋ ਕਿ ਕਿਸਾਨਾਂ ਕੀ ਹੋਇਆ। ਬਿੱਲਾਂ ਨੂੰ ਰੱਦ ਕੀਤਾ, ਜੇ ਕੋਈ ਐਮਐਸਪੀ ਤੋਂ ਘੱਟ ਖਰੀਦ ਕਰੇਗਾ ਉਹਨੂੰ ਸਜ਼ਾ ਦਾ ਪ੍ਰਬੰਧ ਹੈ, ਸਾਡੀ ਪ੍ਰਾਪਤੀ ਹੈ ਕਿਸਾਨਾਂ ਦੀ। ਜੇ ਕੋਈ ਐਮਐਸਪੀ ਤੋਂ ਘੱਟ ਖਰੀਦੇਗਾ, ਐਮਐਸਪੀ ਦੀ ਛੋਟੀ ਕੇਂਦਰ ਸਰਕਾਰ ਚੱਕੇਗੀ ਸਰਕਾਰ। ਸਾਡੀ ਲੜਾਈ ਜਾਰੀ ਰਹੂਗੀ ਜਿੰਨਾ ਚਿਰ ਸਾਡੇ ਅੰਦੋਲਨ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਸਾਡੀ ਲੜਾਈ ਜਾਰੀ ਹੈ, ਅਸੀਂ ਕੋਈ ਲੜਾਈ ਬੰਦ ਤੁਸੀਂ ਪੰਪਾਂ ਦੀ ਗੱਲ ਕੀਤੀ ਹੈ ਕਿ ਰਿਲਾਇੰਸ ਪੰਪਾਂ ਦੇ ਧਰਨੇ ਜਾਰੀ ਰਹਿਣਗੇ। ਪੰਜਾਬ ਦੇ ਵਿੱਚ ਪਠਾਨਕੋਟ 'ਚ ਇੱਕ ਪੰਪ ਬੰਦ ਹੈ, ਸਾਹਮਣੇ ਮੰਤਰੀ ਵਾਲਾ ਪੰਪ ਚੱਲ ਰਿਹਾ, ਉਹ ਦੋਵੇਂ ਪਾਸੇ ਧਰਨੇ ਕਿਉਂ ਨਹੀਂ ਗਏ ਬਰਾਬਰ? ਨਹੀਂ, ਕੱਲ ਤਾਂ ਬੰਦ ਹੋ ਜਾਣਗੇ। ਜੇ ਕੋਈ ਪੰਪ ਰਹਿੰਦਾ ਉਹਦਾ ਪੌਦਾ ਵੀ ਖਰਾਬ ਕਰਕੇ ਉਹਦਾ ਬੰਦ ਕੀਤਾ ਜਾਊਗਾ। जिंदाबाद 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 व्यापारी भाई 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 जिंदाबाद जिंदाबाद व्यापारी
ਦੋਸਤੋ ਜਿਹੜੇ ਸਾਡੇ ਕਿਸਾਨ ਹੈ ਸਿਰਫ ਉਹੀ ਨਹੀਂ ਇੱਥੇ ਪਹੁੰਚੇ, ਇੱਥੇ ਰਿਲਾਇੰਸ ਐਸੋਸੀਏਸ਼ਨ ਵਾਲੇ ਲੋਕ ਜਿਹੜੇ ਆ ਉਹ ਵੀ ਪਹੁੰਚੇ ਆ। ਉਹਨਾਂ ਦਾ ਕਹਿਣਾ ਹੈ ਕਿ ਸਿਰਫ ਕਿਸਾਨਾਂ ਨਾਲ ਹੀ ਨਹੀਂ ਸਾਡੇ ਨਾਲ ਵੀ ਧੱਕਾ ਹੋ ਰਿਹਾ ਹੈ ਤੇ ਉਹਨਾਂ ਦੇ ਜਿਹੜੇ ਰਿਲਾਇੰਸ ਜਿੰਨੇ ਵੀ ਸਟੋਰ ਹੈ ਉਹ ਬੰਦ ਕਰਵਾਏ ਗਏ ਨੇ, ਰਿਲਾਇੰਸ ਪੰਪ ਬੰਦ ਕਰਵਾਏ ਗਏ ਨੇ, ਉਹਨਾਂ ਨਾਲ ਉਹਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਤੇ ਜਿਸ ਦਾ ਉਹ ਵਿਰੋਧ ਕਰ ਰਹੇ ਨੇ, ਕਿਸਾਨਾਂ ਦੇ ਪ੍ਰਤੀ ਆਪਣਾ ਰੋਸ ਜ਼ਾਹਿਰ ਕਰ ਰਹੇ ਨੇ। ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਗਹਿਮਾ ਗਹਿਮੀ ਚੱਲੀ ਹੋਈ ਹੈ, ਗਰਮਾ ਗਰਮੀ ਹੋ ਰਹੀ ਹੈ ਇੱਥੇ ਤੇ ਬਹੁਤ ਹੀ ਗੁੱਸੇ ਦੇ ਵਿੱਚ ਨੇ ਸਾਰੇ ਲੋਕ। ਤੇ ਆਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਉਹਨਾਂ ਦਾ ਪ੍ਰਸਾਰਣ ਸਿੱਧਾ। ਹਾਂਜੀ ਸਰ, ਤੁਸੀਂ ਰਿਲਾਇੰਸ ਐਸੋਸੀਏਸ਼ਨ ਤੋਂ? ਜੀ ਮੈਂ ਰਿਲਾਇੰਸ ਪੈਟਰੋਲ ਪੰਪ ਐਸੋਸੀਏਸ਼ਨ ਡੀਲਰਸ ਐਸੋਸੀਏਸ਼ਨ ਤੋਂ ਹੈਗਾ। ਸਾਡਾ ਇੱਕ ਰਿਲਾਇੰਸ ਦਾ ਪੰਪ ਹੈਗਾ ਜਿਹਨੂੰ ਅਸੀਂ ਆਪਣੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਆਪਣਾ ਜ਼ਮੀਨ ਖਰੀਦ ਕੇ ਖੁਦ ਉਹਦੀ ਉਸਾਰੀ ਕਰਕੇ ਅਸੀਂ ਤੇਲ ਵੇਚ ਕੇ ਕਸਟਮਰ ਦੀ ਸਰਵਿਸ ਕਰ ਰਹੇ ਹਾਂ। ਤੇ ਸਰ ਤੁਹਾਨੂੰ ਇਹਦੇ ਵਿੱਚ ਕਿਹਦੀ ਗਲਤੀ ਲੱਗਦੀ ਹੈ? ਦੇਖੋ ਜੀ, ਇਹਦੇ ਵਿੱਚ ਸਰਕਾਰ ਦੀ ਗਲਤੀ ਹੈ। ਗਲਤੀ ਨਾ ਕਿਸਾਨ ਜਥੇਬੰਦੀ ਦੀ ਹੈ ਨਾ ਕਿਸੇ ਹੋਰ ਦੀ ਹੈ। ਜਦ ਅਸੀਂ GST ਭਰ ਰਹੇ ਹਾਂ, ਜਦ ਅਸੀਂ ਸਾਰੇ ਟੈਕਸ ਸਾਰੇ ਨੋਰਮਸ ਨੂੰ ਫੋਲੋ ਕਰ ਰਹੇ ਹਾਂ ਤਾਂ ਜ਼ਿੰਮੇਵਾਰੀ ਕਿਹਦੀ ਹੈ ਕਿ ਸਾਡੇ ਪੰਪ ਖੁੱਲ੍ਹਣ, ਸਾਨੂੰ ਇੱਕ ਕੰਮ ਕਰਨ ਦਾ ਪ੍ਰੋਪਰ ਮਾਹੌਲ ਮਿਲੇ। ਤੁਸੀਂ ਲੇਡੀ ਹੋ, ਤੁਸੀਂ ਪੱਤਰਕਾਰ ਹੋ, ਜੇ ਤੁਹਾਨੂੰ ਸੇਫਟੀ ਨਹੀਂ ਮਿਲੇਗੀ ਤੁਸੀਂ ਕਿੱਥੋਂ ਪੱਤਰਕਾਰਤਾ ਕਰ ਲੋਗੇ? ਸਾਡਾ ਜਿਹੜਾ ਫਰਜ਼ ਹੈ ਉਹ ਸਿਰਫ ਇੰਨਾ ਹੈ ਕਿ ਅਸੀਂ ਸਹੀ ਟਾਈਮ ਤੇ ਸਹੀ ਮੁੱਲ ਤੇ ਸਹੀ ਜਿਹੜਾ ਪੈਟਰੋਲ ਡੀਜ਼ਲ ਆਪਣੇ ਕਸਟਮਰ ਨੂੰ ਪਹੁੰਚਾਈਏ। ਇਸ ਤੋਂ ਇਲਾਵਾ ਸਾਡਾ ਕੀ ਫਰਜ਼ ਹੈ? ਲੇਕਿਨ ਹਾਂ, ਕਿਸਾਨ ਜਥੇਬੰਦੀਆਂ ਨਾਲ ਜਿਹੜਾ ਅਸੀਂ ਖੜੇ ਹਾਂ, ਉਹਨਾਂ ਦੀ ਤਕਲੀਫ ਦੇ ਨਾਲ ਅਸੀਂ ਖੜੇ ਹਾਂ। ਬਿਲਕੁਲ ਜੈਨੂਇਨ ਤਕਲੀਫ ਹੈ, ਅਸੀਂ ਉਹਨਾਂ ਦੇ ਵਿਰੋਧ 'ਚ ਨਹੀਂ ਹੈ। ਲੇਕਿਨ ਸਾਡੀ ਵੀ ਇੱਕ ਗੱਲ ਸੁਣਨੀ ਚਾਹੀਦੀ ਹੈ ਕਿ ਇਕੱਲਾ ਰਿਲਾਇੰਸ ਦੇ ਪੰਪ ਕਿਉਂ ਬੰਦ ਹੋਣ? ਗੋਦਰੇਜ ਐਗਰੀਕਲਚਰ ਕਰਕੇ, ਗੋਦਰੇਜ ਦਾ ਵੀ ਐਗਰੀਕਲਚਰ 'ਚ ਸਟੇਕ ਹੈ। ਫਿਰ ਉਸ ਤੋਂ ਬਾਅਦ ਟਾਟਾ ਕੈਮੀਕਲਸ ਕਰਕੇ ਟਾਟਾ ਦਾ ਸਟੇਕ ਹੈ। ਉਸ ਤੋਂ ਬਾਅਦ ਤੁਹਾਡਾ ਇਹਦਾ ਮਹਿੰਦਰਾ ਐਗਰੀਕਲਚਰ ਕਰਕੇ ਮਹਿੰਦਰਾ ਦਾ ਸਟੇਕ ਹੈ। ਜੈਨ ਇਰੀਗੇਸ਼ਨ ਕਰਕੇ ਜੈਨ ਇਰੀਗੇਸ਼ਨ ਦਾ ਸਟੇਕ ਹੈ। ਇਹਨਾਂ ਸਾਰਿਆਂ ਦੇ ਖਿਲਾਫ ਵਿਰੋਧ ਹੋਇਆ। ਕਿਨ ਕਿਹਾ ਕਿ ਸਿਰਫ ਮੋਦੀ ਔਰ ਸਾਰੇ ਇਹਨਾਂ ਦੇ ਅੰਬਾਨੀ ਅਡਾਨੀ ਦਾ ਹੀ ਵਿਰੋਧ ਹੋਏ? ਅਸੀਂ ਅੰਬਾਨੀ ਅਡਾਨੀ ਦੇ ਨਾਲ ਨਹੀਂ ਖੜੇ, ਪਰ ਗੱਲ ਸਾਰੀ ਇੰਨੀ ਹੈ ਕਿ ਜੇ ਅਸੀਂ ਵਿਰੋਧ ਕਰਨਾ ਹੈ ਤਾਂ ਸਹੀ ਢੰਗ ਨਾਲ ਕਰੀਏ। ਅਸੀਂ ਸਾਰੇ ਪੈਟਰੋਲ ਪੰਪ ਬੰਦ ਕਰੀਏ। ਜੇ GST ਦੀ ਮਾਰ ਪਏਗੀ, ਸਰਕਾਰ ਅੱਗੇ ਘਾਟੇ 'ਚ ਜਾ ਰਹੀ ਹੈ, ਉਹਨੂੰ ਅਕਲ ਛੇਤੀ ਆਏਗੀ। ਧੰਨਵਾਦ। ਜਿਹੜਾ ਤੁਸੀਂ ਇਹ ਰੋਸ ਪ੍ਰਗਟ ਕਰ ਰਹੇ ਹੋ ਇਹ ਕਿਸ ਦੇ ਪ੍ਰਤੀ ਹੈ? ਕਿਸਾਨਾਂ ਦੇ ਪ੍ਰਤੀ ਜਾਂ ਗਵਰਨਮੈਂਟ ਦੇ? ਦੇਖੋ, ਇਟ ਇਜ਼ ਅਗੇਂਸਟ ਬੋਥ। ਅੱਜ ਸਾਨੂੰ ਦੋਨਾਂ ਦੇ ਅਗੇਂਸਟ ਜਾ ਰਿਹਾ ਕਿ ਸਰਕਾਰ ਸਾਡੇ ਹਕੂਕ ਦੀ ਰੱਖਿਆ ਕਰਨੀ ਨਹੀਂ ਕਰ ਪਾ ਰਹੀ। ਜਿਹੜੇ ਸਾਡੇ ਹੱਕ ਨੇ, ਜਿਹੜੇ ਇੱਕ ਕਨਸਟੀਟਿਊਸ਼ਨ ਦੇ ਵਿੱਚ ਸਾਡੇ ਹੱਕ ਬਣਦੇ ਨੇ, ਉਹ ਸਾਨੂੰ ਪ੍ਰੋਵਾਈਡ ਕਰਨ ਦੇ ਵਿੱਚ ਸਰਕਾਰ ਪੂਰੀ ਤਰ੍ਹਾਂ ਨਾਕਾਮਯਾਬ ਹੈ। ਅੱਜ ਸਾਡੇ ਪੰਪ 20 ਦਿਨਾਂ ਦੇ ਵਿੱਚੋਂ ਬੰਦ ਨੇ, ਉਹਨਾਂ ਨੂੰ ਸਾਨੂੰ ਨਾ ਖੁਲਾਉਣਾ ਚਾਹੀਦਾ ਸੀ। ਜਿੱਥੋਂ ਕਿਸਾਨ ਜਥੇਬੰਦੀਆਂ ਤਾਲੁਕ ਹੈ, ਅਸੀਂ ਇਹਨਾਂ ਦੇ ਨਾਲ ਪੂਰਾ ਸਹਿਯੋਗ ਕੀਤਾ ਔਰ ਆਪਣੇ ਪੰਪ ਬੰਦ ਰੱਖੇ। ਪਰ ਅਫਸੋਸ ਨਾਲ ਇਹ ਕਹਿਣਾ ਪੈਂਦਾ ਕਿ ਅੱਜ 20 ਦਿਨਾਂ ਬਾਅਦ ਵੀ ਅੱਜ ਇੱਥੇ ਆ ਕੇ ਸਾਨੂੰ ਸੁਣਨ ਨੂੰ ਮਿਲਿਆ ਕਿ ਅਗਲੀ ਅਸੀਂ ਡਿਸੀਜਨ ਜਿਹੜਾ 4 ਤਰੀਕ ਨੂੰ ਲਵਾਂਗੇ, ਬਿਲਕੁਲ ਸਰਾਸਰ ਗਲਤ ਹੈ ਕਿ ਉਹ ਸਾਡਾ ਨਿੱਜੀ ਨੁਕਸਾਨ ਹੈ, ਨਾ ਕਿ ਕਿਸੇ ਅੰਬਾਨੀ ਜਾਂ ਅਡਾਨੀ ਦਾ ਨੁਕਸਾਨ ਹੈ। ਅੰਬਾਨੀ ਦਾ 'ਚ ਕੋਈ ਸ਼ੇਅਰ ਨਹੀਂਗਾ, ਕੋਈ ਨਾਂ ਨਹੀਂ, ਕੋਈ ਲੈਣ ਨਹੀਂ, ਕੋਈ ਦੇਣ ਨਹੀਂ। ਸਾਡੇ ਆਪਣੇ ਪੈਟਰੋਲ ਪੰਪ ਨੇ ਜਿਹਦੇ ਅਸੀਂ ਆਪ ਮਾਲਕ ਹੈ। ਜ਼ਮੀਨਾਂ ਸਾਡੀਆਂ ਆਪਣੀਆਂ ਨੇ, ਇਨਵੈਸਟਮੈਂਟ ਸਾਡੀਆਂ ਆਪਣੀਆਂ ਨੇ, ਮੁਲਾਜ਼ਮ ਕਿਸਾਨ ਪਰਿਵਾਰਾਂ ਤੋਂ ਨੇ ਹਰ ਪੰਪ ਦੇ ਉੱਤੇ। ਤੁਸੀਂ ਆਪ ਹਿਸਾਬ ਲਾਓ ਕਿ ਅੱਜ ਸਾਰੇ ਪੰਜਾਬ ਦੇ ਵਿੱਚ ਕੋਈ 3000 ਤੋਂ ਵੱਧ ਮੁਲਾਜ਼ਮ ਜਿਹੜਾ ਅੱਜ ਵਿਹਲਾ ਹੋ ਕੇ ਘਰਾਂ ਦੇ ਵਿੱਚ ਬੈਠ ਗਿਆ, ਉਹ ਜਿਹੜੇ ਕਿਸਾਨਾਂ ਦੇ ਪੁੱਤਰ ਨੇ। ਸਰ ਤੁਹਾਡੇ ਆਪਣੇ ਕਿੰਨੇ ਪੰਪ ਨੇ? ਮੇਰਾ ਆਪਣਾ ਇੱਕ ਪੰਪ ਹੈ ਜੀ, ਰਿਲਾਇੰਸ ਦਾ ਇੱਕ ਪੈਟਰੋਲ ਪੰਪ ਹੈ ਪਠਾਨਕੋਟ ਦੇ ਵਿੱਚ ਮੇਰਾ ਪੈਟਰੋਲ ਪੰਪ। ਤੇ ਸਰ ਦਿਨ ਦਾ ਤੁਹਾਨੂੰ ਕਿੰਨਾ ਨੁਕਸਾਨ ਹੋ ਰਿਹਾ? ਮੈਨੂੰ ਦਿਨ ਦਾ ਜੇ ਤੁਸੀਂ ਸੇਲ ਦੇ ਹਿਸਾਬ ਨਾਲ ਪੁੱਛਣਾ ਚਾਹੁੰਦੇ ਜਾਂ ਕੋਈ ਸੇਲ ਦੇ? ਸੇਲ ਮੇਰੀ ਐਵਰੇਜ ਸੇਲ ਜਿਹੜੀ ਹੈ ਰੋਜ਼ ਦੀ ਕੋਈ 20 ਲੱਖ ਦੇ ਕਰੀਬ ਹੈ। ਉਹ ਮੈਨੂੰ ਨੁਕਸਾਨ ਉਹਦੇ ਵਿੱਚ ਜਿਹੜਾ ਮੈਨੂੰ ਪ੍ਰੋਫਿਟ ਮਿਲਦਾ ਉਹ ਸਾਰਾ ਨੁਕਸਾਨ ਹੀ ਨੁਕਸਾਨ ਹੈ। ਤੇ ਹੁਣ ਤੱਕ ਤੁਹਾਡਾ ਕਿੰਨਾ ਨੁਕਸਾਨ ਹੋ ਚੁੱਕਾ? ਮੈਨੂੰ ਮਹੀਨੇ ਦਾ ਇਸ ਵੇਲੇ ਕੋਈ 15 ਲੱਖ ਤੋਂ ਉੱਤੇ ਨੁਕਸਾਨ। ਤੇ ਹੁਣ ਤੁਸੀਂ ਕੀ ਅਪੀਲ ਕਰਦੇ ਹੋ? ਅਸੀਂ ਅਪੀਲ ਕਰਦੇ ਹਾਂ ਕਿ ਇਹਦੇ ਵਿੱਚ ਸਾਡਾ ਅਸੀਂ ਨਾ ਤੇ ਕੋਈ ਵਿਧਾਨ ਸਭਾ ਦੇ ਉਹ ਹੈ ਸੰਰਖਣ ਹੈ, ਨਾ ਅਸੀਂ ਕੋਈ ਮੋਦੀ ਦੇ ਉਹ ਹੈ ਕਿ ਅਸੀਂ ਇਹਨਾਂ ਦੀ ਗੱਲਬਾਤ ਕਿਤੇ ਵੀ ਨਹੀਂ ਪਹੁੰਚਾ ਸਕਦੇ ਕਿ ਜਿਹੜਾ ਸਾਡੇ ਪੰਪ ਬੰਦ ਕਰਕੇ ਕਿ ਅਸੀਂ ਕਿਤੇ ਇਹਨਾਂ ਦਾ ਦਬਾਅ ਪਾ ਕੇ ਅਸੀਂ ਇਹਨਾਂ ਦੀ ਕਿਤੇ ਗੱਲ ਕਰਾਂਗੇ। ਇਹਨਾਂ ਦਾ ਬਿੱਲ ਪੰਜਾਬ ਸਰਕਾਰ ਨੇ ਪਾਸ ਕਰਤਾ। ਹੁਣ ਇਹਨੇ ਲੜਾਈ ਮੋਦੀ ਨਾਲ ਹੈ, ਇਹ ਆਪਣੀ ਲੜਾਈ ਸੈਂਟਰ ਸਰਕਾਰ ਦੇ ਨਾਲ ਲੜਨ, ਪਰ ਸਾਨੂੰ ਇਹ ਜਿਹੜਾ ਨਿੱਜੀ ਇੱਕ ਨਿਸ਼ਾਨਾ ਬਣਾ ਕੇ ਸਾਨੂੰ ਇਸ ਨਿਸ਼ਾਨੇ ਤੋਂ ਬਾਹਰ ਕੱਢਣ। ਭੋਗ ਸਿੰਘ ਮਾਨਸਾ
ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਮਾਨਸਾ। ਅੱਜ ਪੈਟਰੋਲ ਪੰਪ ਵਾਲੇ ਪਹਿਲਾਂ ਸਾਡੇ ਕੋਲੇ ਆਏ ਸੀ, ਉਹਨਾਂ ਨੇ ਲਿਖਤੀ ਰੂਪ 'ਚ ਸਾਡੇ ਕੋਲੇ ਦਰਖਾਸਤ ਦਿੱਤੀ ਹੈ, ਅਪੀਲ ਕੀਤੀ ਹੈ ਕਿ ਸਾਡਾ ਜਿਹੜਾ ਹੈਗਾ ਮਸਲਾ ਇਸ 'ਤੇ ਵਿਚਾਰ ਕੀਤੀ ਜਾਵੇ। ਅਸੀਂ ਉਸ 'ਤੇ ਸ਼ਾਰਟਲੀ ਵਿਚਾਰ ਕੀਤਾ ਸੀ। ਕੁਝ ਸਮੱਸਿਆਵਾਂ ਸੀਗੀਆਂ ਕਿ ਜਿਹੜੇ ਰਿਲਾਇੰਸ ਦਾ ਜਿਹੜਾ ਸਿਸਟਮ ਹੈ ਵੀ ਉਹ ਕਿੰਨਾ ਹੈ, ਇਹਨਾਂ ਦਾ ਕਿੰਨਾ ਹੈ, ਔਰ ਉਹਦੇ 'ਚੋਂ ਪੋਲੀਟੀਕਲ ਲੋਕਾਂ ਦੇ ਕਿੰਨੇ ਪੰਪ ਨੇ, ਉਹ ਸਾਰੇ ਦਾ ਅਸੀਂ ਅੱਜ ਵਿਸ਼ਲੇਸ਼ਣ ਕਰਨ ਵਾਸਤੇ 4 ਦੀ ਮੀਟਿੰਗ ਦੇ ਵਿਚਾਰ ਰੱਖੀ ਸੀ, ਆਪਣੇ ਵਰਕਰਾਂ ਦੀ ਡਿਊਟੀ ਲਾਈ ਸੀ ਕਿ ਸਾਰੇ ਦਾ ਵਿਸ਼ਲੇਸ਼ਣ ਕੀਤਾ ਜਾਵੇ ਕਿ ਇਹਨਾਂ ਦੀ ਜਿਹੜਾ ਪੈਟਰੋਲ ਪੰਪ ਵਾਲਿਆਂ ਦੀ ਆੜ ਦੇ ਵਿੱਚ, ਜਿਵੇਂ ਮਤਲਬ ਕਰੋਨਾ ਦੀ ਆੜ ਦੇ ਵਿੱਚ ਆ 3 ਕਾਨੂੰਨ ਪਾਸ ਕੀਤੇ ਗਏ ਨੇ, ਇਹਨਾਂ ਨੂੰ ਮੂਹਰੇ ਲਾ ਕੇ ਪੋਲੀਟੀਕਲ ਲੋਕ ਜਾਂ ਰਿਲਾਇੰਸ ਵਾਲੇ ਕੋਈ ਆਪਣਾ ਜਿਹੜਾ ਲਾਹਾ ਨਾ ਲੈ ਜਾਣ, ਤਾਂ ਉਹਦਾ ਸਰਵੇਖਣ ਕਰਨਾ, ਉਹਦੀ ਪੜਤਾਲ ਕਰਨਾ ਸਾਡਾ ਮੁੱਢਲਾ ਹੱਕ ਬਣਦਾ ਸੀ। ਕਿਉਂਕਿ ਅਸੀਂ ਪਹਿਲਾਂ ਵੀ ਮਤਲਬ ਕਿਤੇ ਸਲਿੱਪ ਕਰ ਜਾਈਏ ਜਾਂ ਟਪਲਾ ਨਾ ਖਾ ਜਾਈਏ, ਤਾਂ ਉਸ ਦੇ ਵਿਚਾਰ ਚਰਚਾ ਚੱਲੀ ਸੀ। ਇੱਕ ਪਾਸੇ ਅਪੀਲ ਕਰਦੇ ਨੇ, ਦੂਜੇ ਪਾਸੇ ਥ੍ਰੈਟ ਕਰਦੇ ਨੇ, ਇਹ ਕਿੱਦਾਂ ਚੱਲ ਸਕਦਾ? ਇਹ ਨਹੀਂ ਹੋਣਾ। ਤੇ ਹੁਣ ਤੁਸੀਂ ਮਤਲਬ ਕੀ ਸੋਚਿਆ ਹੈ ਕਿ ਤੁਸੀਂ ਜਿਹੜੇ ਜਿੰਨੇ ਵੀ ਰਿਲਾਇੰਸ ਸਟੋਰ ਨੇ, ਰਿਲਾਇੰਸ ਪੰਪ ਨੇ, ਉਹਨਾਂ ਨੂੰ ਖੋਲ੍ਹਣਾ ਚਾਹੋਗੇ ਜਾਂ ਫਿਰ ਇਸੇ ਤਰ੍ਹਾਂ ਹੀ ਤੁਹਾਡੀ ਜਿਹੜੀ ਮੁਹਿੰਮ ਹੈ, ਜਿਹੜੇ ਧਰਨੇ ਨੇ ਉਹ ਇਸੇ ਤਰ੍ਹਾਂ ਰਹਿਣਗੇ? ਦੇਖੋ, ਜੇ ਤਾਂ ਇਸ ਤਰ੍ਹਾਂ ਥ੍ਰੈਟ ਕਰਨਗੇ ਫਿਰ ਤਾਂ ਉਹ ਜਾਰੀ ਰਹਿਣਗੇ, ਨਹੀਂ ਅਸੀਂ 4 ਤਰੀਕ ਤੇ ਵਿਚਾਰਾਂਗੇ ਵੀ ਜੇਕਰ ਇਹਨਾਂ ਨੇ ਜਿਹੜਾ ਡੈਮੋਸਟ੍ਰੇਸ਼ਨ ਕੀਤਾ ਹੈ ਇਸ ਤੇ ਪਛਤਾਤਾਪ ਕਰਨਗੇ ਤਾਂ ਅਸੀਂ 4 ਤੇ ਵਿਚਾਰਾਂਗੇ, ਨਹੀਂ ਫਿਰ ਇਹ ਆਪਣੀ ਲੜਾਈ ਲੜਨਗੇ, ਅਸੀਂ ਆਪਣੀ ਲੜਾਈ ਜਾਰੀ ਰੱਖਾਂਗੇ। ਥੈਂਕ ਯੂ ਸਰ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਦੋਸਤੋ ਕਿ ਸਿਰਫ ਕਿਸਾਨ ਹੀ ਨਹੀਂ ਬਲਕਿ ਇੱਥੇ ਜਿਹੜੇ ਰਿਲਾਇੰਸ ਵਾਲੇ ਆ ਉਹ ਵੀ ਪਰੇਸ਼ਾਨ ਹੋ ਚੁੱਕੇ ਨੇ। ਉਹਨਾਂ ਨੂੰ ਇੱਕ ਦਿਨ ਦਾ ਕਿੰਨੇ ਹੀ ਲੱਖਾਂ ਦਾ ਨੁਕਸਾਨ ਹੋ ਰਿਹਾ ਤੇ ਉਹ ਜਿਹੜਾ ਹੈ ਕਿ ਉਹ ਕਿਸਾਨਾਂ ਦੇ ਪ੍ਰਤੀ ਜਿਹੜਾ ਹੈ ਰੋਸ ਪ੍ਰਗਟ ਕਰ ਰਹੇ ਨੇ। ਤੇ ਆਓ ਅਸੀਂ ਹੋਰ ਵੀ ਲੋਕਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ। ਜਿਵੇਂ ਕਿ ਤੁਸੀਂ ਇੱਥੇ ਦੇਖ ਹੀ ਰਹੇ ਹੋ ਕੀ ਮਾਹੌਲ ਬਣਿਆ ਹੋਇਆ ਤੇ ਆਓ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਹਾਂਜੀ, ਸਤਿ ਸ੍ਰੀ ਅਕਾਲ। ਮੈਂ ਕਾਕਾ ਸਿੰਘ ਕੋਲਡਾ, ਸੂਬਾ ਜਰ ਸਕੱਤਰ ਭਾਰਤੀ ਕਿਸਾਨ ਏਕਤਾ ਸਿੱਧੂਪੁਰ। ਅੱਜ ਜਿਹੜੀ ਮੀਟਿੰਗ ਹੈ ਸਾਡੀ, ਇਹ ਲਗਾਤਾਰ 5-7 ਦਿਨਾਂ ਦੇ ਵਿੱਚ ਹੁੰਦੀ ਹੈ। ਅੱਜ ਸਾਡੀ ਜਿਹੜੀ ਚਰਚਾ ਹੋਈ ਹੈ, ਪੰਜਾਬ ਦੇ ਵਿੱਚ ਜਿਹੜਾ ਸਾਡਾ ਘੋਲ ਚੱਲ ਰਿਹਾ ਲਗਾਤਾਰ ਰੇਲਵੇ ਦਾ, ਉਹਦੇ ਵਿੱਚ ਅਸੀਂ ਕੋਈ ਛੋਟ ਦਿੱਤੀ ਹੈ ਮਾਲ ਗੱਡੀਆਂ ਨੂੰ। ਮਾਲ ਗੱਡੀਆਂ ਨੂੰ ਛੋਟ ਇਸ ਕਰਕੇ ਦਿੱਤੀ ਹੈ ਕਿ ਸਾਡਾ ਜਿਹੜਾ ਕਿਸਾਨਾਂ ਦਾ ਝੋਨੇ ਦਾ, ਚੌਲਾਂ ਦਾ ਸਟਾਕ ਪਿਆ ਅੰਮ੍ਰਿਤਸਰ ਦੇ ਵਿੱਚ, ਸਾਡਾ ਕੋਈ DAP ਦਾ ਉਧਰ ਬਾਹਰਲੇ ਦੇਸ਼ਾਂ 'ਚ ਪਿਆ, ਬਈ ਮਾਲ ਗੱਡੀਆਂ ਨੂੰ ਸਾਡੇ ਕਿਸਾਨਾਂ ਦਾ ਕਿਤੇ ਨੁਕਸਾਨ ਨਾ ਹੋਵੇ, ਨਾਲ ਘਰੇ ਸ਼ਹਿਰ ਵਾਸੀਆਂ ਦਾ ਨੁਕਸਾਨ ਨਾ ਹੋਵੇ। 25 ਤਰੀਕ ਨੂੰ ਸਾਰੇ ਪੰਜਾਬ ਦੇ ਲੋਕਾਂ ਨੇ ਸਾਡਾ ਸਾਥ ਦਿੱਤਾ। ਪੰਜਾਬ ਕਮਲਵੰਤ ਦੇ ਵਿੱਚ ਮੂਹਰੇ ਦੀਵਾਲੀ ਆ ਰਹੀ ਹੈ, ਦੀਵਾਲੀ ਦੇ ਵਿੱਚ ਕਿਸੇ ਦੁਕਾਨਦਾਰ ਦਾ ਨੁਕਸਾਨ ਨਾ ਹੋਵੇ। ਅਸੀਂ ਇਹ ਗੱਲਾਂ ਨੂੰ ਵਿਚਾਰਦੇ ਹੋਏ ਸਿਰਫ 5 ਤਰੀਕ ਤੱਕ ਅਸੀਂ ਜਿਹੜਾ ਮਾਲ ਗੱਡੀਆਂ ਨੂੰ ਛੋਟ ਦਿੱਤੀ ਹੈ। 4 ਤਰੀਕ ਨੂੰ ਸਾਡੀ ਫੇਰ ਮੀਟਿੰਗ ਹੋਣੀ ਹੈ। 4 ਨੂੰ ਮੀਟਿੰਗ ਦੇ ਵਿੱਚ ਅਸੀਂ ਫੇਰ ਫੈਸਲਾ ਕਰਾਂਗੇ ਬਈ ਲੋਕਾਂ ਨੇ ਉਹਦੀ ਸ਼ਲਾਘਾ ਕੀਤੀ ਹੈ ਜਾਂ ਨੁਕਤਾਚੀਨੀ ਕੀਤੀ ਹੈ ਜਾਂ ਉਹਦਾ ਕੋਈ ਸਿਆਸੀ ਲਾਹਾ ਜਿਹੜੇ ਲੈਣ ਜੰਗੜ ਜਿਹੜੇ ਇੱਥੋਂ ਗੱਲ ਉੱਠੀ ਹੈ, ਅਸੀਂ ਕਿਸੇ ਨੂੰ ਘੋਲ ਦੇ ਵਿੱਚ ਸਿਆਸੀ ਲਾਹਾ ਨਹੀਂ ਹੋਣ ਦੇਣਾ। ਸਰ, ਰਿਲਾਇੰਸ ਐਸੋਸੀਏਸ਼ਨ ਬਾਰੇ ਤੁਸੀਂ ਕੀ ਸੋਚਦੇ ਹੋ? ਉਹਨਾਂ ਬਾਰੇ ਮਤਲਬ ਹੁਣ ਕੀ ਫੈਸਲੇ ਲਿੱਤੇ ਜਾਣਗੇ? ਦੇਖੋ, ਰਿਲਾਇੰਸ ਜਿਹੜੇ ਉਹਨਾਂ ਦੀ ਨੁਮਾਇੰਦਗੀ ਆਈ ਆ, ਉਹਨਾਂ ਦੀ ਬਹੁਤ ਧੰਨਵਾਦ। ਇੱਥੇ ਸਾਨੂੰ ਇੱਕ ਲੈਟਰ ਦਿੱਤਾ ਉਹਨਾਂ ਨੇ, ਲੈਟਰ ਤੇ ਅਸੀਂ ਗੌਰ ਕਰਨੀ ਸੀ। ਪਤਾ ਨਹੀਂ ਉਹਨਾਂ ਨੇ ਕਿਹੜੇ ਦਿਮਾਗ ਦੇ, ਸਾਨੂੰ ਤਾਂ ਇਹ ਲੱਗਦਾ ਵੀ ਸਰਕਾਰ ਦੀ ਚਾਲ ਹੈ, ਕਿਸੇ ਨੂੰ ਸਿਆਸਤ ਨਾਲ ਨਾਅਰੇ ਲਵਾਏ ਆ, ਉਹਨਾਂ ਦੀ ਨਿੰਦਣਯੋਗ ਹੈ। ਮੀਟਿੰਗ ਚੱਲਦੀ ਸੀ, ਮੀਟਿੰਗ ਦੇ ਵਿੱਚ ਆ ਕੇ ਨਾਅਰੇ ਨਹੀਂ ਲਾਉਣੇ ਚਾਹੀਦੇ ਸੀ। ਸਾਡਾ ਜਿਹੜਾ ਉਹਨਾਂ ਨੇ ਲੈਟਰ ਦਿੱਤਾ ਉਹ ਵਿਚਾਰਧੀਨ ਸੀ। ਅਸੀਂ ਫੈਸਲਾ ਕਰਕੇ ਉਹਨਾਂ ਨੂੰ ਦੱਸਣਾ ਸੀ ਜਿਹੜਿਆਂ ਦਾ ਆਪ ਦਾ ਕਾਰੋਬਾਰ ਵੇਚ ਕੇ ਬਿਜ਼ਨਸ ਇੱਧਰ ਲੈਤੇ ਆ, ਉਹਨਾਂ ਦਾ ਨੁਕਸਾਨ ਹੋਇਆ, ਸਾਡੇ ਵਿਚਾਰਧੀਨ ਸੀ। ਪਰ ਅਸੀਂ ਉਹਨਾਂ ਨੂੰ ਫਿਰ ਉਹਨਾਂ ਦੇ ਪ੍ਰਧਾਨ ਨੂੰ, ਉਹਨਾਂ ਦੇ ਜਰ ਸਕੱਤਰ ਨੂੰ, ਜੋ ਉਹਨਾਂ ਦੀ ਨੁਮਾਇੰਦਗੀ ਕਰਦੇ ਆ, ਇਹ ਤੇ ਮੁੜ ਗੌਰ ਕਰਨਾ ਚਾਹੀਦਾ ਵੀ ਜੋ ਇਹਨਾਂ ਨੇ ਨਾਅਰੇਬਾਜ਼ੀ ਸਾਡੀ ਮੀਟਿੰਗ ਚੱਲਦੇ 'ਚ ਕੀਤੀ ਹੈ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ। ਸਾਡੇ ਵਿਚਾਰਧੀਨ ਹੈ, ਅਸੀਂ ਇਹ ਤੇ ਸੋਚ ਕੇ ਅੱਗੇ ਫੈਸਲਾ ਕਰਾਂਗੇ। ਥੈਂਕ ਯੂ ਸਰ। ਤੁਸੀਂ ਇੰਨਾ ਸਾਡਾ ਅੱਗੇ ਇੰਨਾ ਫਾਇਦਾ ਕੀਤਾ, ਇੰਨਾ ਤੁਸੀਂ ਸਾਡੇ ਲਈ ਲੜੇ ਆ। ਜੇ ਤੁਸੀਂ ਮੀਡੀਆ ਸਾਡੀ ਮਦਦ ਨਾ ਕਰਦਾ, ਸਾਡੀ ਐਜੂਕੇਸ਼ਨ ਨਹੀਂ ਜਾਣੀ ਨਹੀਂ। ਵਿੱਚ ਆ ਕੇ ਤੁਹਾਡੀ ਗੱਲ ਪੂਰੀ ਵਿੱਚ ਆ ਰਹੀ ਹੈ। ਪੰਜਾਬ ਦੇ ਮੀਡੀਆ ਨੇ ਸਾਡੀ ਬਹੁਤ ਮਦਦ ਕੀਤੀ ਆ, ਅਸੀਂ ਤੁਹਾਡੇ ਬਹੁਤ ਧੰਨਵਾਦੀ ਆ। ਜੇ ਕਿਸੇ ਨੂੰ ਕੋਲਾ ਸ਼ਬਦ ਨਿਕਲਿਆ ਹੋਵੇ ਤਾਂ ਅਸੀਂ ਮਾਫੀ ਮੰਗਦੇ ਆ। ਇਸ ਗੱਲ ਨੂੰ ਮਾਇਨਾ ਕਰੋ। ਸਾਨੂੰ ਪਲੀਜ਼ ਇੱਕ ਬੇਨਤੀ ਮੰਨ ਲਓ, ਜੇ ਤੁਸੀਂ ਕੋਈ ਕੁਐਸਚਨ ਕਰਨਾ ਕਰ ਲਓ, ਉਸ ਤੋਂ ਬਾਅਦ ਪਲੀਜ਼ ਸਾਨੂੰ ਕਹਿਣ ਦਿਓ, ਅਸੀਂ ਉਹਨਾਂ ਦੀ ਗੱਲ ਸੁਣ ਲਈਏ, ਉਹਨਾਂ ਨੂੰ ਅਸੀਂ ਆਪਣਾ ਆਨਸਰ ਕਰ ਦਾਂਗੇ। ਇਹ ਕੋਈ ਮੀਡੀਆ ਜਾਣ ਵਾਲੀ ਗੱਲ ਨਹੀਂ।
ਹਾਂਜੀ, ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਨਾਮ? ਮੈਂ ਜਗਮੋਹਨ ਸਿੰਘ ਹਾਂ ਜੀ, ਸਟੇਟ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਟਕੁੰਦਾ ਪੰਜਾਬ। ਤੇ ਸਰ ਅੱਜ ਸਾਰੇ ਕਿਸਾਨ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਤੇ ਮਤਲਬ ਕੀ ਰਣਨੀਤੀ ਤੁਸੀਂ ਅੱਗੇ ਦੀ ਜਿਹੜੀ ਹੈ ਸੋਚੀ ਹੈ? ਦੇਖੋ ਜੀ, ਅਸੀਂ ਰਣਨੀਤੀ ਸੋਚੀ ਹੈ ਵੀ ਜਿਹੜਾ ਸਾਡਾ ਸੰਘਰਸ਼ ਆ ਇਹ ਲੰਮਾ ਚੱਲੂਗਾ, ਹੋਰ ਤਿੱਖਾ ਕਰਨਾ ਚਾਹੀਦਾ ਹੈ। ਇਹਦੇ ਤੇ ਹੀ ਸਾਡਾ ਤਕਰੀਬਨ ਅਸੀਂ ਕੇਂਦਰਿਤ ਕੀਤੀ ਹੈ ਗੱਲ। ਪਰ ਕੁਝ ਗੱਲਾਂ ਇਹ ਸਾਨੂੰ ਕੁਝ ਵਪਾਰੀਆਂ ਨੇ, ਕੁਝ ਆਮ ਲੋਕਾਂ ਨੇ ਜਾਂ ਈਵਨ ਪੰਜਾਬ ਸਰਕਾਰ ਨੇ ਵੀ ਸਪਸ਼ਟ ਰੂਪ 'ਚ ਗੱਲ ਕਰਾਂ ਬੇਨਤੀ ਕਰ ਰਹੇ ਸਨ ਕਿ ਮਾਲ ਗੱਡੀਆਂ ਕਰਕੇ ਸਾਨੂੰ ਕਿਸਾਨਾਂ ਨੂੰ DAP ਖਾਦ, ਯੂਰੀਆ ਖਾਦ ਜਾਂ ਮਤਲਬ ਕੋਲਾ ਕਰਕੇ ਥਰਮਲ ਸ਼ਾਰਟੇਜ ਆਫ ਪਾਵਰ ਉਹਦੀ ਸੰਭਾਵਨਾ ਦੀ ਧਿਆਨ 'ਚ ਰੱਖਦੇ। ਅਸੀਂ ਸਿਰਫ 5 ਨਵੰਬਰ ਤੱਕ 15 ਦਿਨ ਲਈ ਮਾਲ ਗੱਡੀਆਂ ਨੂੰ ਲੰਘਣ ਦੇਵਾਂਗੇ। ਰੇਲਵੇ ਟਰੈਕ ਤੋਂ ਅਸੀਂ ਉੱਠ ਜਾਵਾਂਗੇ, ਰੇਲਵੇ ਪਲੇਟਫਾਰਮਾਂ ਤੇ ਰੇਲਵੇ ਤੇ ਸਾਡੇ ਲੋਕ ਰਹਿਣਗੇ। ਨਾਲ BJP ਦੇ ਜਿਹੜੇ ਡਿਸਟ੍ਰਿਕਟ ਜਾਂ ਡਿਸਟ੍ਰਿਕਟ ਤੋਂ ਉੱਪਰਲੇ ਬੰਦੇ ਨੇ, ਜਿਹੜੇ ਮਿਨਿਸਟਰ ਨੇ, ਐਕਸ ਮਿਨਿਸਟਰ ਨੇ, ਵੱਡੇ ਜਿਹੜੇ BJP ਦੇ ਲੀਡਰ ਨੇ, ਉਹਨਾਂ ਦਾ ਵੀ ਸਾਡੇ ਘਰਾਂ ਦਾ ਘਰਾਓ ਜਾਰੀ ਰਹੇਗਾ, ਟੋਲ ਪਲਾਜ਼ਾ ਦਾ ਵੀ ਜਾਰੀ ਰਹੇਗਾ, ਰਿਲਾਇੰਸ ਦੇ ਜੋ ਵੀ ਹੈਗਾ ਉਹਦਾ ਬਿਜ਼ਨਸ, ਚਾਹੇ ਉਹਦਾ ਟਾਵਰ ਨੇ, ਚਾਹੇ ਉਹਦਾ ਮਤਲਬ ਮਾਲਸ ਨੇ, ਉਹਨਾਂ ਤੇ ਵੀ ਹੋਰ ਤਿੱਖਾ ਸੰਘਰਸ਼ ਕਰਾਂਗੇ। ਤਾਂ ਅਸੀਂ 4 ਤਰੀਕ ਨੂੰ ਫਿਰ ਬੈਠਾਂਗੇ, ਉਸ ਤੋਂ ਬਾਅਦ ਅਗਲੀ ਸਟ੍ਰੈਟਜੀ ਤੈਅ ਕਰਾਂਗੇ। ਤੇ ਸਰ ਜਿਵੇਂ ਕਿ ਕੱਲ ਕੈਪਟਨ ਸਾਹਿਬ ਨੇ ਵੀ ਅਪੀਲ ਕੀਤੀ ਸੀਗੀ ਕਿ ਹੁਣੇ ਧਰਨੇ ਚੱਕ ਦਿੱਤੇ ਜਾਣ, ਤੇ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਦੇਖੋ ਜੀ, ਕੈਪਟਨ ਸਾਹਿਬ ਨੇ ਜੋ ਅਪੀਲ ਕੀਤੀ ਹੈ ਸਿਰ ਮੱਥੇ, ਪਰ ਸਾਨੂੰ ਇਹ ਲੱਗਦਾ ਸੀ ਲੋਕ ਪੱਖ ਤੋਂ ਜਾਂ ਕਿਸਾਨੀ ਦੀਆਂ ਆਪਦੀਆਂ ਕੁਝ ਕਰਕੇ ਸਿਰਫ ਮਾਲ ਗੱਡੀਆਂ ਜਿਹੜੀਆਂ ਨੇ ਉਹ ਹੋਣ ਦੇਣੀਆਂ ਚਾਹੀਦੀਆਂ ਨੇ। ਬਾਕੀ ਸਾਰਾ ਕੁਝ ਕਰੋਨਾ ਦੌਰਾਨ ਪੈਸੰਜਰ ਗੱਡੀਆਂ ਬੰਦ ਰਹੀਆਂ ਨੇ, ਸਾਰਾ ਕੁਝ ਬੰਦ ਰਿਹਾ। ਮਾਲ ਗੱਡੀਆਂ ਦੇ ਵਿੱਚ ਬਹੁਤ ਸਾਰਾ ਮਾਲ ਰਸਤੇ ਰੁਕਿਆ ਹੈ, ਵਪਾਰੀਆਂ ਦਾ ਰੁਕਿਆ, ਚੈਂਬਰ ਆਫ ਕਮਰਸ ਨੇ ਵੀ, ਟ੍ਰੇਡਰਸ ਨੇ ਵੀ, ਛੋਟੇ ਵਪਾਰੀਆਂ ਨੇ ਵੀ ਦਿਵਾਲੀ ਕਰਕੇ ਇਸਦਾ ਸਮਾਨ ਉਹਨਾਂ ਦਾ ਆਉਣਾ ਸੀ। ਇਸ ਕਰਕੇ ਅਸੀਂ ਅੱਜ ਇਹੋ ਫੈਸਲਾ ਕੀਤਾ 15 ਦਿਨ ਲਈ ਮਾਲ ਗੱਡੀਆਂ ਨੂੰ ਛੋੜ ਦਿੱਤੀ ਜਾਵੇ ਤਾਂ ਜੋ ਖਾਦ ਕਿਸਾਨਾਂ ਤੱਕ ਵੀ ਪਹੁੰਚਦੀ ਹੋਵੇ। ਤੇ ਸਰ ਕੱਲ ਕੈਪਟਨ ਸਾਹਿਬ ਦੇ ਐਲਾਨ ਤੋਂ ਬਾਅਦ ਭਗਵੰਤ ਮਾਨ ਜੀ ਵੀ ਲਾਈਵ ਹੋਏ ਸੀਗੇ ਤੇ ਉਹਨਾਂ ਨੇ ਇਹ ਵਿਰੋਧ ਕੀਤਾ ਹੈ ਕਿ ਇਹ ਜਿਹੜੇ ਭਾਜਪਾ ਦੇ ਨਾਲ ਮਿਲੇ ਹੋਏ ਨੇ, ਮੋਦੀ ਸਰਕਾਰ ਦੇ ਨਾਲ ਕੈਪਟਨ ਸਾਹਿਬ ਮਿਲੇ ਹੋਏ ਨੇ, ਇਹ ਇਹਨਾਂ ਦੀ ਸਾਜ਼ਿਸ਼ ਹੈ। ਤਾਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਦੇਖੋ ਜੀ, ਇਹ ਤਾਂ ਉਹਨਾਂ ਦੀ ਆਪ ਦੀ ਵੇਖੋ 22 ਦੀਆਂ ਇਲੈਕਸ਼ਨਾਂ ਕਰਕੇ ਆਮ ਆਦਮੀ ਪਾਰਟੀ ਵਾਲੇ ਕਾਂਗਰਸ ਤੇ BJP ਨੂੰ ਜਾਂ ਅਕਾਲੀਆਂ ਨੂੰ ਬਰਾਬਰ ਗਿਣਦੇ ਨੇ, ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਬਰਾਬਰ ਗਿਣਦੇ ਨੇ। ਉਹ ਸਿਆਸਤ 'ਚ ਉਹ ਇਲੈਕਸ਼ਨ ਪੋਲਿਟਿਕਸ ਵਾਲੀ ਗੱਲ ਹੈ, ਸਾਡੀ ਕਿਸਾਨ ਜਥੇਬੰਦੀਆਂ ਜਾਣ ਦਾ ਕੋਈ ਮਤਲਬ ਨਹੀਂ। ਪਰ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕਿਸਾਨਾਂ ਨੂੰ ਜਿਹੜਾ ਆਮ ਆਦਮੀ ਦਾ ਜਿਹੜਾ ਸਮਰਥਨ ਹੈ ਉਹ ਪੂਰਾ ਸਮਰਥਨ ਮਿਲੇਗਾ ਆਮ ਆਦਮੀ ਵੱਲੋਂ। ਰਿਪੀਟ ਕਰਿਓ ਕੁਐਸਚਨ ਜੀ। ਕਿ ਕਿਸਾਨਾਂ ਨੂੰ, ਕਿਸਾਨ ਜਿਹੜੇ ਨੇ ਉਹਨਾਂ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ ਆਮ ਆਦਮੀ ਪਾਰਟੀ ਵੱਲੋਂ। ਨਹੀਂ, ਐਸੀ ਕੋਈ ਗੱਲ ਨਹੀਂ। ਸਾਡਾ ਸਾਂਝੇ ਰੂਪ ਦੇ ਵਿੱਚ ਵੀ ਤੇ ਖਾਸ ਤੌਰ ਸਾਡੀ ਜਥੇਬੰਦੀ ਦਾ ਇਹ ਪੱਕੀ ਗੱਲ ਆ, ਹਰ ਉਹਦਾ ਜਿਹੜਾ ਬੰਦਾ ਜਿਹਨੂੰ ਮਰਜ਼ੀ ਵੋਟ ਪਾਵੇ, ਚਾਹੇ ਨਾ ਵੋਟ ਪਾਵੇ, ਪਰ ਜਿਹੜਾ ਸਾਡਾ ਹਾਊਸ ਸਪੀਕਰ ਹੈ ਉਹ ਕਿਸੇ ਦੀ ਵੀ ਸਪੋਰਟ ਨਹੀਂ ਕਰੇਗਾ। ਜੇ ਸਪੋਰਟ ਕਰੇਗਾ ਤਾਂ ਸਾਡਾ ਅਹੁਦੇਦਾਰ ਨਹੀਂ ਰਹੂਗਾ। ਇਹ ਸਾਡੀ ਕਿਸਾਨ ਜਥੇਬੰਦੀ ਦਾ ਸੰਵਿਧਾਨਕ ਡਿਕਲੇਰੇਸ਼ਨ ਹੈ, ਇਹਦੇ ਅਨੁਸਾਰ ਹੀ ਚੱਲਦੇ ਆ। 40 ਸਾਲ ਕਿਸਾਨ ਜਥੇਬੰਦੀ ਕੰਮ ਕਰਦੇ ਆ। ਮੈਂ ਸਟੇਟ ਦਾ ਜਨਰਲ ਸੈਕਟਰੀ ਹਾਂ, ਪਰ ਸਾਡਾ ਬਲਾਕ ਲੈਵਲ ਦਾ ਵੀ ਹਾਊਸ ਸਪੀਕਰ ਜੇ ਉਹਨੇ ਕਿਸੇ ਦੀ ਸਪੋਰਟ ਕਰਨੀ ਆ ਤਾਂ ਉਹਨੂੰ ਮਤਲਬ ਕਿਸਾਨ ਜਥੇਬੰਦੀ ਦਾ ਸਾਰ ਮੈਂਬਰ ਤਾਂ ਰਹਿ ਸਕਦਾ, ਅਹੁਦੇਦਾਰ ਨਹੀਂ ਰਹਿ ਸਕਦਾ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਨਾਮ? ਹਰਭਜਨ ਬੁੱਟਰ, ਕ੍ਰਾਂਤੀਕਾਰੀ ਕਿਸਾਨ ਸੂਬਾ ਮੀਤ ਪ੍ਰਧਾਨ। ਤੇ ਸਰ ਮਤਲਬ ਹੁਣ ਕੀ ਚੱਲ ਰਿਹਾ ਇਸ ਵਕਤ? ਹੁਣ ਕਿਸਾਨਾਂ ਦਾ ਅਗਲਾ ਸਟੈਪ ਕੀ ਹੈ? ਅਗਲਾ ਸਟੈਪ ਰਸਤੇ ਦੇ ਅੰਦਰ ਹੁਣ ਐਲਾਨ ਹੋ ਜਾਣਾ। ਅਸੀਂ ਜਿਹੜਾ ਟਰੈਕ ਤੇ, ਰੇਲਵੇ ਟਰੈਕ ਤੇ ਬੈਠੇ ਸੀਗੇ, ਉਹਦੇ ਬਾਰੇ ਸਾਡਾ ਫੈਸਲਾ ਆਇਆ ਕਿ ਕੱਲ ਤੋਂ ਅਸੀਂ ਮਾਲ ਗੱਡੀਆਂ ਨੂੰ ਲੰਘਣ ਦੀ ਇਜਾਜ਼ਤ ਦੇਵਾਂਗੇ 5 ਤਰੀਕ ਤੱਕ। 4 ਨੂੰ ਸਾਡੀ ਦੁਬਾਰਾ ਮੀਟਿੰਗ ਹੈ, ਉਹ 'ਚ ਅਸੀਂ ਦੁਬਾਰਾ ਉਹਦੀ ਸਮੀਖਿਆ ਕਰਾਂਗੇ। ਹਾਂਜੀ, ਬਾਕੀ ਜਿਹੜੇ ਸਾਡੇ ਆ BJP ਦੇ ਆਗੂਆਂ ਨੂੰ ਘੇਰਨਾ, ਜਿਹੜੇ ਵੱਡੇ ਨਾਕੇ ਨੇ, ਟੋਲ ਨੇ, ਉਹਨਾਂ ਤੇ ਜਾਂ ਰਿਲਾਇੰਸ ਤੇ ਬਾਕੀ ਉਹ ਚੀਜ਼ਾਂ ਜਿਵੇਂ ਆ ਉਹਨੂੰ ਤੇਜ਼ ਵੀ ਕੀਤਾ ਜਾਊਗਾ। ਇੱਥੋਂ ਜਿਹੜੀ ਫੋਰਸ ਸਾਡੀ ਆ, ਵੈਸੇ ਅਸੀਂ ਰੇਲਵੇ ਸਟੇਸ਼ਨਾਂ 'ਤੇ ਸਾਡੇ ਬੰਦੇ ਬੈਠਣਗੇ, ਪਰ ਇਹ ਤੋਂ ਜਿਹੜੀ ਵਧੀ ਫੋਰਸ ਅਸੀਂ ਇਹਨਾਂ ਦੇ ਬਾਕੀ ਥਾਵਾਂ 'ਤੇ ਕੰਟੀਨਿਊ ਸਾਡਾ ਰਹੂਗਾ ਸੰਘਰਸ਼। ਤੇ ਸਰ ਕੈਪਟਨ ਸਾਹਿਬ ਨੇ ਜਿਹੜੇ ਬਿੱਲ ਪਾਸ ਕੀਤੇ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ? ਉਹਨਾਂ ਨੂੰ ਅਸੀਂ ਪੋਜ਼ਿਟਿਵ ਵੇਖਦੇ ਹਾਂ ਜੀ। ਉਹ ਪੋਜ਼ਿਟਿਵ ਨੇ, ਉਹਦੇ ਨਾਲ ਲੋਕਾਂ 'ਚ ਉਤਸ਼ਾਹ ਗਿਆ ਵਾ। ਫਿਰ ਵਿੱਚ ਬਹੁਤ ਕਮੀਆਂ ਨੇ, ਉਹ ਕਮੀਆਂ ਅਸੀਂ ਚਾਹੁੰਦੇ ਹਾਂ ਆਉਣ ਸਮੇਂ 'ਚ ਉਹ ਦੂਜੇ ਨੰਬਰ 'ਤੇ ਗੱਲ ਕਮੀਆਂ ਜਿਹੜੀਆਂ ਉਹਦੇ ਲਈ ਅਸੀਂ ਸੰਘਰਸ਼ ਕਰਾਂਗੇ। ਵੈਸੇ ਇਹਨੂੰ ਪੋਜ਼ਿਟਿਵ ਅਸੀਂ ਸਮਝਦੇ ਹਾਂ। ਮਤਲਬ ਤੁਸੀਂ ਇਸ ਫੈਸਲੇ ਤੋਂ ਖੁਸ਼ ਹੋ? ਹਾਂ, ਜੋ ਪਾਸ ਕੀਤਾ, ਜਿੰਨਾ ਕੀਤਾ ਠੀਕ ਹੈ। ਅਸੀਂ ਇਹਦੇ ਵਾਸਤੇ 'ਚ ਕਮੀਆਂ ਕਾਫੀ ਨੇ, ਉਹ ਕਮੀਆਂ ਵਾਸਤੇ ਉਹਨਾਂ ਨਾਲ ਫਿਰ ਗੱਲਬਾਤ ਕਰਾਂਗੇ ਜਾਂ ਉਹਦੇ ਲਈ ਕੋਈ ਵੇਖਾਂਗੇ ਆਉਣ ਵਾਲੇ ਸਮੇਂ 'ਚ। ਵੈਸੇ ਉਹ ਖੁਸ਼ ਤਾਂ ਹੈ ਹੀ, ਅਸੀਂ ਇੱਕ ਸਟੈਪ ਅੱਗੇ ਗਏ ਹਾਂ ਜੀ। ਇਹਦੇ ਨਾਲ ਪੰਜਾਬ ਦੀ ਕਹਿ ਲਓ ਵੀ ਸਾਰੀਆਂ ਜੋ ਸਾਡਾ ਸੰਘਰਸ਼ ਚੱਲਿਆ ਹੁਣ ਤੱਕ, ਇਹਦੇ ਲਈ ਸਾਰੀਆਂ ਪਾਰਟੀਆਂ BJP ਨੂੰ ਛੱਡ ਕੇ ਇੱਕ ਥਾਂ 'ਤੇ ਕਿਸਾਨਾਂ ਦੇ ਹੱਕ ਜਿਹੜਾ ਆਉਣ ਲਈ ਮਜਬੂਰ ਹੋਣਾ ਪਿਆ। ਇਹ ਪੋਜ਼ਿਟਿਵ ਵਰਤਾਰਾ। ਤੇ ਹੁਣ ਕਿਤੇ ਇਸ ਖੁਸ਼ੀ ਦੇ ਵਿੱਚ ਤੁਸੀਂ ਆਪਣਾ ਸੰਘਰਸ਼ ਜਿਹੜਾ ਚੱਲ ਰਿਹਾ ਸੀ ਹੁਣ ਤੱਕ, ਉਹ ਤਾਂ ਨਹੀਂ ਪਿੱਛੇ ਰਹਿ ਜਾਏਗਾ? ਸੰਘਰਸ਼ ਨੂੰ ਅਸੀਂ ਹੋਰ ਤੇਜ਼ ਕਰਨ ਬਾਰੇ ਸੋਚ ਰਹੇ ਹਾਂ।
ਅਸੀਂ ਇਹ ਤੋਂ ਬਾਅਦ ਅੱਗੇ ਜਿਹੜੀ ਆ ਲਾਮਬੰਦੀ ਜਿਹੜੀ ਦਿੱਲੀ ਜਾਣ ਦੀ ਵੀ ਕਰਾਂਗੇ। ਇਹ ਸੰਘਰਸ਼ ਕਿਸੇ ਨਾ ਕਿਸੇ ਸਿਰੇ ਲਾਏ ਤੋਂ ਬਿਨਾਂ ਬਿਲਕੁਲ ਪਿੱਛੇ ਨਹੀਂ ਹਟਾਂਗੇ। ਏਕਤਾ ਸਾਡੀ ਪੂਰੀ ਤਰ੍ਹਾਂ ਬਰਕਰਾਰ ਹੈ। ਇਸ ਗੱਲ ਤੇ ਅਸੀਂ ਇੱਕ ਮਤ ਹਾਂ ਸਾਰੇ। ਥੈਂਕ ਯੂ ਸਰ। ਹਾਂਜੀ, ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਨਾਮ? ਮੈਂ ਬਲਦੇਵ ਸਿੰਘ ਭਾਈ ਰੂਪਾ, ਜ਼ਿਲ੍ਹਾ ਬਠਿੰਡੇ ਦਾ ਪ੍ਰਧਾਨ ਪੀਕੇ ਜੂਟ ਕੌਂਦਾ। ਤੇ ਸਰ ਅੱਜ ਸਾਰੇ ਪੰਜਾਬ ਦੇ ਜਿਹੜੇ ਵੀ ਹੈ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਤੇ ਹੁਣ ਕੀ ਫੈਸਲਾ, ਤੁਸੀਂ ਅੱਗੇ ਕੀ ਸਟੈਪਸ ਹੈ, ਕੀ ਰਣਨੀਤੀ ਹੈ ਤੁਹਾਡੀ? ਦੇਖੋ, ਜਿਹੜਾ ਪਿਛਲੀ 1 ਤਰੀਕ ਤੋਂ ਰੇਲ ਦੇ ਟਰੈਕ ਤੇ ਬੈਠੇ ਆ, ਟੋਲ ਪਲਾਜ਼ੇ ਘੇਰੇ ਹੋਏ ਨੇ, ਰਿਲਾਇੰਸ ਦੇ ਪੰਪ ਘੇਰੇ ਹੋਏ ਨੇ, ਮਾਲ ਘੇਰੇ ਹੋਏ ਨੇ, ਉਸ ਦੇ ਸੰਬੰਧ ਦੇ ਵਿੱਚ ਜਿਹੜੀ ਸੀਗੀ ਅੱਜ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੀ। ਉਹਦੇ ਵਿੱਚ ਫੈਸਲਾ ਇਹ ਲਿਆ ਗਿਆ ਕਿ ਜਿਹੜੀਆਂ ਕੱਲੀਆਂ ਮਾਲ ਗੱਡੀਆਂ ਉਹਨਾਂ ਨੂੰ 5 ਨਵੰਬਰ ਤੱਕ ਛੋੜ ਦਿੱਤੀ ਆ। ਜਿਹੜੇ ਸਾਡੇ ਟਰੈਕਾਂ ਤੇ ਉਹ ਸਾਡੇ ਵਰਕਰ, ਸਾਡੇ ਆਗੂ ਬੈਠੇ ਨੇ, ਉਹ ਟਰੈਕ ਖਾਲੀ ਕਰਨਗੇ, ਨਾਲ ਸਟੇਸ਼ਨਾਂ ਤੇ ਬੈਠਣਗੇ। ਇਸ ਕਰਕੇ ਜਿਹੜਾ ਹੈਗਾ ਵੀ ਪੰਜਾਬ ਸਰਕਾਰ ਵੀ ਕਹਿ ਰਹੀ ਸੀ, ਆਮ ਲੋਕਾਂ ਦੀ ਮੰਗ ਸੀ ਕਿ ਜਿਹੜਾ ਯੂਰੀਏ ਦਾ, DAP ਦਾ, ਕੋਲੇ ਦਾ ਜਾਂ ਕੋਈ ਹੋਰ ਤਿਉਹਾਰਾਂ ਦਾ ਮਤਲਬ ਮੂਹਰੇ ਮੌਸਮ ਆ ਰਿਹਾ, ਉਹਦੇ ਵਾਸਤੇ ਬਹੁਤ ਸਾਰਾ ਜਿਹੜਾ ਸਾਜੋ ਸਮਾਨ ਆ ਉਹ ਰੁਕਿਆ ਹੋਇਆ। ਇਸ ਕਰਕੇ ਜਿਹੜੀਆਂ ਕੱਲੀਆਂ ਮਾਲ ਗੱਡੀਆਂ ਉਹਨਾਂ ਨੂੰ ਛੋੜ ਦਿੱਤੀ ਆ 5 ਨਵੰਬਰ ਤੱਕ। 4 ਤਰੀਕ ਨੂੰ ਫਿਰ ਇੱਥੇ ਮੀਟਿੰਗ ਆ 30 ਕਿਸਾਨ ਜਥੇਬੰਦੀਆਂ ਦੀ। ਸਰ 30 ਕਿਸਾਨ ਜਥੇਬੰਦੀਆਂ ਹੀ ਕਿਉਂ? ਦੇਖੋ, ਟੋਟਲ ਜਥੇਬੰਦੀਆਂ ਲਗਭਗ ਹੈਗੀਆਂ ਜਿਹੜੀਆਂ ਇਹ ਸਮਝਦੀਆਂ, ਜਿਨ੍ਹਾਂ ਨੂੰ ਕਿਸਾਨੀ ਦਾ ਦਰਦ ਆ। ਇਸ ਕਰਕੇ ਜਿਹੜੀਆਂ ਹੈਗੀਆਂ ਅਸੀਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੋਇਆ। ਜੇ ਕੋਈ ਪਾਸੇ ਇਹਦੇ 'ਚੋਂ ਹੈਗਾ ਤਾਂ ਉਹਦੇ ਬਾਰੇ ਤਾਂ ਉਹੀ ਦੱਸ ਸਕਦੇ ਆ। ਸਰ ਇਹਦੇ ਵਿੱਚ ਹਰਿਆਣੇ ਦੇ ਵੀ ਕਿਸਾਨ ਸ਼ਾਮਿਲ ਸੀਗੇ? ਨਹੀਂ, ਇਹ ਇਕੱਲੇ ਟੋਟਲ ਪੰਜਾਬ ਦੀਆਂ ਜਿਹੜੀਆਂ ਹੈਗੀਆਂ ਜਥੇਬੰਦੀਆਂ 30 ਦੀਆਂ 30 ਜਿਹੜੀਆਂ ਹੋਈਆਂ, ਜਿਨ੍ਹਾਂ ਦੀ ਪਹਿਲਾਂ ਵੀ ਮੈਜੋਰਟੀ ਜਿਹੜੀ ਬਣੀ ਹੋਈ ਆ, ਇਹ ਇਕੱਲੇ ਪੰਜਾਬ ਵਾਲੀਆਂ ਨੇ। ਤੇ ਸਰ ਹਰਿਆਣੇ ਵਾਲੇ ਇਸ ਦੇ ਵਿੱਚ ਕਿਉਂ ਨਹੀਂ ਸ਼ਾਮਿਲ ਕੀਤੇ ਗਏ? ਹਰਿਆਣੇ ਵਾਲੇ ਆਪਦੀ ਸਟੇਟ ਦੇ ਵਿੱਚ ਉਹ ਉੱਥੇ ਲੱਗ ਹੋ ਰਹੇ ਆ। ਉਹ ਮਤਲਬ ਜਿਹੜੀ ਹੈਗੀ ਆ 250 ਕਿਸਾਨ ਜਥੇਬੰਦੀਆਂ ਪੂਰੇ ਭਾਰਤ ਦੀਆਂ, ਉਹਦੇ ਵਿੱਚ ਸ਼ਾਮਿਲ ਨੇ ਸਾਰੇ। ਉਹਨਾਂ ਦੀ ਮੀਟਿੰਗ ਵੀ 27 ਤਰੀਕ ਨੂੰ ਇਸੇ ਨੂੰ ਦਿੱਲੀ ਵਿਖੇ ਹੋ ਰਹੀ ਆ। ਤੇ ਮਤਲਬ ਉਹਦੇ ਵਿੱਚ ਪੰਜਾਬ ਦੇ, ਹਰਿਆਣੇ ਦੇ ਸਾਰੇ ਜਿੰਨੇ ਵੀ ਜਥੇਬੰਦੀ ਟੋਟਲ ਜਿਹੜੇ ਹੈਗੇ ਆ, ਟੋਟਲ ਜਥੇਬੰਦੀਆਂ ਪੂਰੇ ਭਾਰਤ ਦੀਆਂ 250 ਦੇ ਲਗਭਗ 250 ਤੋਂ ਉੱਪਰ ਹੀ ਨੇ। ਉਹਨਾਂ ਸਾਰੀਆਂ ਦੀ ਮਤਲਬ ਮੀਟਿੰਗ ਆ ਜਿਹੜੀ ਉਹ ਆਉਣ ਵਾਲੀ 27 ਤਰੀਕ ਨੂੰ ਜਿਹੜੀ ਹੈਗੀ ਆ ਉਹ ਦਿੱਲੀ ਦੇ ਵਿੱਚ ਹੋ ਰਹੀ ਹੈ। ਤੇ ਸਰ ਕੱਲ ਸਾਡੇ ਕੈਪਟਨ ਸਾਹਿਬ ਨੇ ਬਿੱਲ ਜਿਹੜੇ ਪਾਸ ਕਰਵਾਏ ਆ, ਉਹਨਾਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ? ਤੁਹਾਡੇ ਕੀ ਵਿਚਾਰ ਨੇ? ਨਹੀਂ, ਦੇਖੋ, ਜਿਹੜੇ ਪੰਜਾਬ ਸਰਕਾਰ ਨੇ ਬਿੱਲ ਪਾਸ ਕੀਤੇ ਨੇ, ਉਹ ਜਿਹੜਾ ਸਾਡੀ ਮੂਵਮੈਂਟ ਚੱਲਦੀ, ਜਿਹੜਾ ਸਾਡਾ ਸੰਘਰਸ਼ ਚੱਲਦਾ, ਉਸ ਦੇ ਦਬਾਅ ਥੱਲੇ ਕੀਤੇ ਆ। ਤੇ ਪਹਿਲਾਂ ਜੇ ਉਹ ਸੱਚੋਂ ਹੀ ਜਿਵੇਂ ਪੰਜਾਬ ਸਰਕਾਰ ਹੁਣ ਇਹ ਪੇਸ਼ ਕਰਨਾ ਚਾਹੁੰਦੀ ਆ ਕਿ ਅਸੀਂ ਕਿਸਾਨਾਂ ਦੇ ਹਿੱਸੀ ਹੋ ਕੇ, ਕਿਸਾਨਾਂ ਦੇ ਪੱਖ 'ਚ ਹੋ ਕੇ ਇਹ ਬਿੱਲ ਲਿਆਂਦੇ ਆ, ਨਹੀਂ ਇਹ ਲਗਾਤਾਰ ਅਸੀਂ ਮੂਵਮੈਂਟ ਰੱਖੀ ਹੋਈ ਆ। ਸਾਰਾ ਕੁਝ ਤੁਹਾਨੂੰ ਪਤਾ ਵੀ ਬੰਦ ਹੋਇਆ ਪਿਆ, ਉਹਦੇ ਕਰਕੇ ਜਿਹੜਾ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ। ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜਾ ਫੈਸਲਾ ਇਹਨਾਂ ਨੇ ਲਿਆ ਹੈ ਕਿ ਇਹਦੇ ਉੱਤੇ ਇਹ ਅਮਲ ਵੀ ਕਰਨਗੇ? ਦੇਖੋ, ਜੇ ਨਾ ਅਮਲ ਕਰਨਗੇ ਤਾਂ ਸੰਘਰਸ਼ ਤਾਂ ਜਾਰੀ ਆ। ਪਹਿਲਾਂ ਵੀ ਜਿਵੇਂ ਇਹਨਾਂ ਨੂੰ ਮਜਬੂਰ ਹੋਣਾ ਪਿਆ, ਉਸੇ ਤਰ੍ਹਾਂ ਹੀ ਜੇ ਇਹਨੂੰ ਅਮਲ 'ਚ ਨਾ ਲਿਆਉਣਗੇ ਤਾਂ ਅਸੀਂ ਕਿਹੜਾ ਘਰਾਂ ਨੂੰ ਚਲੇ ਗਏ? ਅਸੀਂ ਇੱਥੇ ਹੀ ਆ ਸਾਰੇ। ਜਿਹੜੇ ਸਾਡੇ ਜਿੱਥੇ ਸਾਡਾ ਸੰਘਰਸ਼ ਚੱਲ ਰਿਹਾ, ਅਸੀਂ ਉੱਥੇ ਥਾਂ ਬੈਠੇ ਆ। ਕੱਲੀਆਂ ਰੇਲ ਟਰੈਕ ਜਿਹੜੇ ਸੀਗੇ, ਟਰੈਕ ਹੀ ਖਾਲੀ ਕੀਤੇ ਆ, ਨਾਲ ਉੱਥੇ ਬੈਠੇ ਹੀ ਆ ਅਸੀਂ, ਨਾਲ ਸਾਈਡ ਤੇ ਉਹਦੇ। ਇਸ ਕਰਕੇ ਜੇ ਪੰਜਾਬ ਸਰਕਾਰ ਨਾ ਕਰੂਗੀ ਤਾਂ ਫਿਰ ਸਾਹਮਣੇ ਆ ਜਾਣੀ ਆ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਨਾਮ? ਮੇਰਾ ਨਾਮ ਗੁਰਨਾਮ ਸਿੰਘ ਭਿੱਖੀ, ਪੰਜਾਬ ਕਿਸਾਨ ਯੂਨੀਅਨ ਦਾ ਮੈਂ ਸੂਬਾ ਸਕੱਤਰ ਹਾਂ। ਤੇ ਸਰ ਅੱਜ ਦੀ ਜਿਹੜੀ ਮੀਟਿੰਗ ਚੱਲੀ ਹੈ, ਉਹਦੇ ਵਿੱਚ ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਜਿਹੜੇ ਰਿਲਾਇੰਸ ਐਸੋਸੀਏਸ਼ਨ ਵਾਲੇ ਲੋਕ ਆ, ਉਹ ਕਾਫੀ ਭੜਕ ਚੁੱਕੇ ਸੀਗੇ। ਉਹਨਾਂ ਨੇ ਮੋਦੀ ਦੇ ਹੱਕ ਤੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਨਾਅਰੇ ਲਗਾਏ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਅਸਲ ਦੇ ਵਿੱਚ ਸਾਡੀ ਲੜਾਈ ਹੈ ਜਿਹੜੀ ਉਹ ਕੇਂਦਰ ਸਰਕਾਰ ਦੇ ਖਿਲਾਫ ਹੈ, ਕਿਉਂਕਿ ਜਿਹੜੇ ਕੇਂਦਰ ਸਰਕਾਰ ਨੇ 3 ਕਾਲੇ ਕਾਨੂੰਨ ਪਾਸ ਕੀਤੇ ਨੇ, ਇਹ ਇਕੱਲਾ ਕਿਸਾਨ ਵਿਰੋਧੀ ਨਹੀਂ, ਇਹ ਲੋਕ ਵਿਰੋਧੀ ਤੇ ਸਮਾਜ ਵਿਰੋਧੀ ਨੇ। ਇਹ ਦੇਸ਼ ਨੂੰ ਤੋੜਨ ਵਾਲੇ ਕਾਲੇ ਕਾਨੂੰਨ ਨੇ। ਇਸ ਕਰਕੇ ਅਸੀਂ ਫੈਸਲਾ ਕੀਤਾ ਹੈ, ਕਿਉਂਕਿ ਇਹ ਕਾਨੂੰਨ ਜਿਹੜੇ ਪਾਸ ਕਰਵਾਏ ਨੇ ਉਹ ਇਕੱਲਾ ਮੋਦੀ ਨੇ ਨਹੀਂ ਕੀਤੇ, ਇਹਨਾਂ ਦੇ ਉੱਤੇ ਬਹੁਤ ਵੱਡੇ ਕਾਰਪੋਰੇਟ ਘਰਾਣੇ ਨੇ। ਇਸ ਕਰਕੇ ਅਸੀਂ ਇਹਨਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੋਇਆ। ਜਿੱਥੇ ਅਸੀਂ ਰੇਲਵੇ ਟਰੈਕ ਰੋਕੇ ਨੇ, ਉੱਥੇ ਨਾਲ ਦੀ ਨਾਲ ਅਡਾਨੀਆਂ ਅਬਾਨੀਆਂ ਦੇ ਮਾਲ, ਟੋਲ ਪਲਾਜ਼ੇ ਸਾਰਾ ਕੁਝ ਬੰਦ ਕੀਤਾ ਹੋਇਆ ਤੇ ਰਿਲਾਇੰਸ ਦੇ ਪੰਪ ਬੰਦ ਕੀਤੇ ਨੇ। ਕਿਉਂਕਿ ਕਰੋਨਾ ਦੇ ਦੌਰਾਨ ਰਿਲਾਇੰਸ ਦਾ ਮਾਲਕ ਹੈ ਜਿਹੜਾ ਮੁਕੇਸ਼ ਅੰਬਾਨੀ ਜਾਂ ਅਨਿਲ ਅੰਬਾਨੀ, ਇਹਨਾਂ ਦੀ ਜੇ ਕਹਿ ਲਈਏ ਤਾਂ ਆਮਦਨ ਹੈ ਬਹੁਤ ਵੱਡੀ ਪੱਧਰ ਤੇ ਵਧੀਆ। ਦੁਨੀਆ ਦੇ 100 ਅਮੀਰਾਂ 'ਚੋਂ ਇਹ ਪਹਿਲੇ 10 ਦੇ ਵਿੱਚ ਆਉਂਦੇ ਨੇ, ਇਹ ਤੋਂ ਕੋਈ ਭੁੱਲਿਆ ਨਹੀਂ। ਇਹ ਆਏ ਨੇ, ਇਹਨਾਂ ਨੇ ਨਾਅਰੇਬਾਜ਼ੀ ਕੀਤੀ ਹੈ। ਪਿਛਲੀ ਵਾਰੀ ਵੀ ਆਏ ਸੀਗੇ ਇਹ ਸਾਡੀ ਮੀਟਿੰਗ ਦੇ ਵਿੱਚ, ਅਸੀਂ ਕਿਹਾ ਸੀਗਾ ਵੀ ਵਿਚਾਰਾਂਗੇ, ਪਰ ਕਾਰਪੋਰੇਟਾਂ ਨੂੰ ਰੋਕਣ ਵਾਸਤੇ ਸਾਡੇ ਕੋਲ ਹੋਰ ਕੋਈ ਚਾਰਾ ਹੀ ਨਹੀਂ। ਅਸੀਂ ਚਾਹੇ ਉਹ ਆਉਣ ਵਾਲੇ ਸਮੇਂ 'ਚ ਪਤੰਜਲੀ ਦੇ ਉਹ ਨੇ ਮਾਲ ਨੇ,
ਚਾਹੇ ਕੋਈ ਦੂਜੇ ਮਾਲ ਨੇ, ਉਹ ਸਾਰਾ ਕੁਝ ਅਸੀਂ ਬੰਦ ਕਰਾਂਗੇ, ਰੋਕਾਂਗੇ, ਤਾਂ ਕਿ ਕਾਰਪੋਰੇਟਾਂ ਨੂੰ ਪੰਜਾਬ ਦੇ ਵਿੱਚੋਂ ਇਹ ਮੈਸੇਜ ਆਵੇ ਵੀ ਪੰਜਾਬ ਦੇ ਲੋਕ ਸੰਘਰਸ਼ੀਲ ਬੰਦੇ ਨੇ। ਇੱਥੇ ਕੋਈ ਵੀ ਕਾਰਪੋਰੇਟ ਘਰਾਣਾ ਜਿਹੜਾ ਉਹ ਪੈਰ ਧਰਨ ਦੀ ਜ਼ਰੂਰਤ ਨਾ ਕਰੇ, ਉਹ ਪੈਰ ਸਿੱਧਾ ਨਹੀਂ ਰੱਖਦਾ, ਆ ਕੇ ਉਹ ਆਪਦੇ ਚਹੇਤੇ ਪਾਦਾ, ਡੀਲਰ ਪੈਦਾ ਕਰਦਾ, ਆਪਦੇ ਕਾਰੋਬਾਰ 'ਚ ਉਹ ਲੋਕਾਂ ਦੇ ਸ਼ੇਅਰ ਪਵਾਉਂਦਾ, ਆਪਦੇ ਏਜੰਟ ਬਣਾਉਂਦਾ। ਇਸ ਕਰਕੇ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਕੋਈ ਵੀ ਕਾਰਪੋਰੇਟਾਂ ਨਾਲ ਪੰਜਾਬ ਦਾ ਬੰਦਾ ਉਹਨਾਂ ਨਾਲ ਤਾਲਮੇਲ ਨਾ ਕਰੇ, ਉਹਨਾਂ ਦਾ ਕਾਰੋਬਾਰ ਜਾਂ ਕੋਈ ਉਹਨਾਂ ਦੀ ਇੰਡਸਟਰੀ ਜਿਹੜੀ ਇੱਥੇ ਲਵਾਉਣ ਦੀ ਕੋਸ਼ਿਸ਼ ਨਾ ਕਰੇ। ਭਾਵੇਂ ਅਸੀਂ ਰੇਲਵੇ ਟਰੈਕ ਛੱਡਣ ਦਾ ਫੈਸਲਾ ਕਰ ਲਿਆ 5 ਨਵੰਬਰ ਤੱਕ, 4 ਨੂੰ ਦੁਬਾਰੇ ਇੱਥੇ ਮੀਟਿੰਗ ਕਰਾਂਗੇ, ਕੇਂਦਰ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ, ਪਰ ਉਹਦੇ ਨਾਲ ਨਾਲ ਅਸੀਂ ਜਿਹੜਾ ਮੋਗੇ ਅਡਾਨੀ ਦਾ ਸੈਲੋ ਹੈ, ਉੱਥੇ ਕਣਕ ਉਹ ਸਪੈਸ਼ਲ ਅਡਾਨੀ ਦੀ ਹਰੇ ਰੰਗ ਦੀ ਮਾਲ ਗੱਡੀ ਉਹ ਲੈ ਕੇ ਜਾਂਦੀ ਹੈ, ਉਹ ਲਾਈਨ ਹੈ ਜਿਹੜੀ ਅਸੀਂ ਉਵੇਂ ਜਿਵੇਂ ਬਰਕਰਾਰ ਰੱਖਾਂਗੇ। ਰੇਲਵੇ ਟਰੈਕ ਅਸੀਂ ਜ਼ਰੂਰ ਛੱਡਾਂਗੇ, ਪਰ ਸਟੇਸ਼ਨਾਂ ਦੇ ਉੱਤੇ ਪਹਿਰਾ ਲਾਜ਼ਮੀ ਰੱਖਾਂਗੇ। ਇਹ ਸਾਡੇ ਖਿਲਾਫ ਬਹੁਤ ਕੁਝ ਪ੍ਰਚਾਰ ਹੋਊਗਾ, ਪਰ ਲੜਾਈ ਇਹ ਲੰਮੀ ਹੈ, ਲੰਮਾ ਯੁੱਧ ਹੈ, ਪੂਰੇ ਸਮਾਜ ਦੀ ਲੜਾਈ ਹੈ। ਇਹ 2024 ਤੱਕ ਚੱਲਣੀ ਹੈ। ਇਸ ਕਰਕੇ ਇਹਦੇ 'ਚ ਸਾਡੇ ਬਹੁਤ ਸਾਰੇ ਅੰਤਰ ਵਿਰੋਧ ਆ ਜਿਹੜੇ ਹੋਣਗੇ। ਅਸੀਂ ਪੀਸਫੁਲੀ ਠੰਡੇ ਦਿਮਾਗ ਨਾਲ ਤੇ ਠੰਡੇ ਮਨ ਨਾਲ ਲੰਬੀ ਲੜਾਈ ਲੜਨ ਦੇ ਲਈ ਅਹਿਦ ਕੀਤਾ ਹੋਇਆ। ਸਰ, ਜਿਹੜੀ 4 ਤਰੀਕ ਨੂੰ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ, ਕਿ ਉਹਦੇ ਵਿੱਚ ਜਿਹੜੇ ਰਿਲਾਇੰਸ ਦੇ ਪੰਪ ਹੈ, ਰਿਲਾਇੰਸ ਦੇ ਜਿਹੜੇ ਸਟੋਰ ਹੈ, ਉਹਨਾਂ ਦੇ ਹੱਕ ਵਿੱਚ ਵੀ ਕੋਈ ਫੈਸਲਾ ਹੋਏਗਾ? ਇਹ ਕੋਈ ਉਹਨਾਂ ਦੇ ਹੱਕ ਵਿੱਚ ਫੈਸਲਾ ਨਹੀਂ ਹੋਊਗਾ, ਕਿਉਂਕਿ ਹੁਣ ਪੰਜਾਬ ਦੇ ਵਿੱਚ ਪੂਰਾ ਪੈਡੀ ਸੀਜ਼ਨ ਹੈ, ਕਿਸਾਨਾਂ ਨੇ ਫਸਲ ਵੀ ਸੰਭਾਲਣੀ ਹੈ, ਕਿਸਾਨਾਂ ਨੇ ਦੁਕਾਨਾਂ ਦਾ ਦੇਣ ਲੈਣ ਵੀ ਕਰਨਾ ਹੈ, ਬੈਂਕਾਂ ਦੇ ਵਿੱਚ ਵੀ ਉਹਨਾਂ ਦੀ ਮੰਨ ਲਓ ਚੱਕਰ ਹੈ ਉਹ ਲੱਗਣਗੇ, ਤੇ ਕਿਸਾਨਾਂ ਨੇ ਕਣਕ ਦੀ ਬਿਜਾਈ ਵੀ ਕਰਨੀ ਹੈ। ਮੂਹਰੇ ਦੀਵਾਲੀ ਤੇ ਦੁਸਹਿਰਾ ਹੁੰਦੇ ਆ, ਇਸ ਕਰਕੇ 26-27 ਨਵੰਬਰ ਨੂੰ ਦਿੱਲੀ ਜਾਣ ਦਾ ਸੱਦਾ ਦਿੱਤਾ ਹੋਇਆ। 26 ਤੇ 27 ਅਕਤੂਬਰ ਨੂੰ ਪੂਰੇ ਦੇਸ਼ ਦੀਆਂ ਕਿਸਾਨ ਸੰਗਠਨ ਨੇ, ਜਿੰਨੇ ਵੀ ਕਿਸਾਨ ਸੰਗਠਨ ਨੇ, ਉਹਨਾਂ ਦੀ ਦਿੱਲੀ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ, ਉਹਦੇ 'ਚ ਫੈਸਲਾ ਹੋਣਾ। 5 ਤਰੀਕ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਕਾਲੇ ਕਾਨੂੰਨਾਂ ਦੇ ਖਿਲਾਫ ਮੋਦੀ ਦੇ ਵਿਰੋਧ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਚੱਕਾ ਜਾਮ ਹੋਣਾ। ਇਸ ਕਰਕੇ ਪੜਾਅ ਵਾਈਜ਼ ਪੜਾਅ ਇਹ ਅੰਦੋਲਨ ਹੈ ਜਿਹੜਾ ਉਹ ਚੱਲਦਾ ਜਾਊਗਾ। ਰਿਲਾਇੰਸ ਨੂੰ ਛੱਡਣ ਦਾ ਕੋਈ ਮਤਲਬ ਹੀ ਨਹੀਂ ਹੈਗਾ। ਅਸੀਂ ਰਿਲਾਇੰਸ ਨੂੰ ਤਾਂ ਪਹਿਲਾਂ ਚੁਣਿਆ ਕਿਉਂਕਿ ਇਹ ਜਿਵੇਂ ਅਮਰੀਕਾ ਦੇ ਵਿੱਚ ਵਾਲਮਾਰਟ ਹੈ ਜਾਂ ਮਨਸੈਂਟੋ ਕੰਪਨੀਆਂ ਨੇ, ਹੋਰ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ, ਤਾਂ ਸਾਡੇ ਲਈ ਤਾਂ ਇਹੀ ਮੰਨ ਲਓ ਵਾਲਮਾਰਟ ਹੈ, ਰਿਲਾਇੰਸ ਨੇ, ਜਿਹੜੇ ਇਹ ਸਮੁੱਚੇ ਦੇਸ਼ ਦੀ ਪੂੰਜੀ ਦੇ ਉੱਤੇ ਸਾਰੇ ਕਾਰੋਬਾਰਾਂ ਦੇ ਉੱਤੇ ਕਬਜ਼ਾ ਕਰ ਰਹੇ ਨੇ। ਇਸ ਕਰਕੇ ਇਹਨਾਂ ਨੂੰ ਜ਼ਰੂਰ ਹੈ ਜਿਹੜਾ ਅਸੀਂ ਸਬਕ ਸਿਖਾਉਣਾ ਚਾਹੁੰਦੇ ਹਾਂ। ਤੋ ਦੋਸਤੋ, ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਕਾਫੀ ਗਰਮਾ ਗਰਮੀ ਦਾ ਮਾਹੌਲ ਹੋ ਗਿਆ, ਤੇ ਅੱਜ ਦੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਮੇਨ ਫੈਸਲਾ ਇਹੀ ਕੀਤਾ ਗਿਆ ਹੈ ਕਿ ਜਿਹੜੇ ਮਾਲ ਗੱਡੀਆਂ ਨੇ ਉਹ 5 ਤਰੀਕ ਤੱਕ ਉਹਨਾਂ ਨੂੰ ਆਉਣ ਜਾਣ ਦੀ ਜਿਹੜੀ ਹੈ ਉਹ ਸਹੂਲਤ ਦਿੱਤੀ ਗਈ ਹੈ, ਉਹਨਾਂ ਨੂੰ ਆਗਿਆ ਹੈ। ਬਾਕੀ ਜਿਹੜੇ ਆ ਰਿਲਾਇੰਸ ਦੇ ਸਟੋਰ ਹੈ, ਰਿਲਾਇੰਸ ਦੇ ਜਿਹੜੇ ਪੰਪ ਹੈ, ਉਹ ਉਸੇ ਤਰ੍ਹਾਂ ਬੰਦ ਰਹਿਣਗੇ, ਤੇ ਟੋਲ ਪਲਾਜ਼ਾ ਤੇ ਜਿਹੜੇ ਧਰਨੇ ਨੇ ਉਹ ਵੀ ਉਸੇ ਤਰ੍ਹਾਂ ਰਹਿਣਗੇ। ਤੇ 4 ਤਰੀਕ ਨੂੰ ਜਿਹੜਾ ਕਿ ਇਹ ਦੁਬਾਰਾ ਇੱਥੇ ਮੀਟਿੰਗ ਹੋਏਗੀ ਕਿਸਾਨ ਭਵਨ ਦੇ ਵਿੱਚ, ਜਿੱਥੇ ਸਾਡੇ ਕਿਸਾਨ ਬੰਦੀਆਂ ਜਿਹੜੀਆਂ ਫਿਰ ਇਕੱਠੀਆਂ ਹੋਣਗੀਆਂ ਤੇ ਰਿਲਾਇੰਸ ਦੇ ਸ਼ਾਇਦ ਹੱਕ ਦੇ ਵਿੱਚ ਕੋਈ ਫੈਸਲਾ ਸੁਣਾਉਣ। ਤੇ ਤੁਸੀਂ ਉਦੋਂ ਤੱਕ ਦੇਖਦੇ ਰਹੋ ਵੌਇਸ ਆਫ ਪੰਜਾਬ। ਅਸੀਂ ਇਸੇ ਤਰ੍ਹਾਂ ਤੁਹਾਡੇ ਤੱਕ ਜਿਹੜੀਆਂ ਖਬਰਾਂ ਨੇ ਉਹ ਪਹੁੰਚਾਉਂਦੇ ਰਵਾਂਗੇ, ਤੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।